ਵਿਸ਼ਵਾਸ ਕੋਈ ਅੰਨੀ ਕਾਲ ਨਹੀਂ ਹੈ, ਉਹ ਚੰਗੇ ਸਬੂਤਾਂ ਦੇ ਆਧਾਰ ਤੇ ਚੁੱਕਿਆ ਸਮਝਦਾਰੀ ਦਾ ਕਦਮ ਹੈ। ਕੁਝ ਤਰੀਕਿਆਂ 'ਚ ਵਿਸ਼ਵਾਸ ਇੱਕ ਯਾਤਰਾ ਵਾਂਗ ਹੈ। ਬਹੁਤ ਵਧੀਆ ਗੱਲ ਹੁੰਦੀ ਹੈ ਇੱਕ ਅਜਿਹੇ ਸੰਬੰਧ ਦਾ ਹੋਣਾ ਜੋ ਬਹੁਤ ਸਾਲਾਂ ਤੱਕ ਇੱਕ ਮਿੱਤਰਤਾ ਦੀ ਤਰ੍ਹਾਂ ਆਰੰਭ ਹੁੰਦਾ ਹੈ। ਮੈਂ ਜਦ ਨਿੱਕੀ ਨੂੰ ਮਿਲੀ ਤਦ ਮੈਂ ਬੜੀ ਜਿਗਿਆਸੂ ਸਾਂ ਤੇ ਮੈਂ ਆਪਣੀ ਇੱਕ ਸਹੇਲੀ ਦੇ ਨਾਲ ਸੀਗੀ ਤੇ ਮੈਂ ਨਾਈਟ ਕਲੱਬ ਜਾਣਾ ਚਾਹੁੰਦੀ ਸੀ। ਉੱਥੇ ਇੱਕ ਥਾਂ ਸੀ ਜਿੱਥੇ ਅਸੀਂ ਅਕਸਰ ਜਾਂਦੇ ਸੀ। ਅਸੀਂ ਸਾਰੇ ਟੀਨੇਜਰ ਸ਼ਾਮ ਹੁੰਦਿਆਂ ਹੀ ਫ੍ਰਾਂਸਵਾ ਨਾਮ ਦੀ ਉਸ ਥਾਂ ਤੇ ਜਾਣਾ ਚਾਹੁੰਦੇ ਸੀ ਜੋ ਕਿੰਗਜ਼ ਰੋਡ ਦੇ ਅਖੀਰ ਵਿੱਚ ਹੈ। ਸਾਨੂੰ ਲੱਗਦਾ ਸੀ ਕਿ ਉਹ ਥਾਂ ਕਾਫੀ ਮਜ਼ੇਦਾਰ ਹੈ, ਪਰ ਉੱਥੇ ਜਾਣ ਲਈ ਮੈਂਬਰ ਹੋਣਾ ਜ਼ਰੂਰੀ ਸੀ। ਮੈਂ ਨਿੱਕੀ ਦੀ ਇੱਕ ਸਹੇਲੀ ਨਾਲ ਸੀ। ਉਹਨੇ ਕਿਹਾ ਕਿ ਕਿਉਂ ਨਾ ਤੁਸੀਂ ਨਿੱਕੀ ਨੂੰ ਜਾ ਕੇ ਕਹੋ ਕਿ ਉਹ ਤੁਹਾਨੂੰ ਅੰਦਰ ਲੈ ਜਾਏਗਾ। ਮੈਨੂੰ ਅਜੀਬ ਲੱਗਿਆ, ਪਰ ਮੈਂ ਉਹਨੂੰ ਫੋਨ ਕਰਕੇ ਕਿਹਾ ਕਿ ਹਾਏ, ਤੁਸੀਂ ਅੱਜ ਰਾਤ ਸਾਨੂੰ ਫ੍ਰਾਂਸਵਾਸ ਲੈ ਕੇ ਜਾ ਸਕਦੇ ਹੋ? ਉਹਨੇ ਕਿਹਾ ਹਾਂ ਜ਼ਰੂਰ, ਆ ਜਾਓ ਤੁਸੀਂ ਲੋਗ। ਹੁਣ ਮੈਂ ਸੋਚਦੀ ਹਾਂ ਤੇ ਲੱਗਦਾ ਹੈ ਮੇਰਾ ਤਰੀਕਾ ਬੜਾ ਹੀ ਗਲਤ ਸੀ। ਨਿੱਕੀ ਯੂਨੀਵਰਸਿਟੀ ਦੇ ਦੂਜੇ ਸਾਲ ਤੋਂ ਮਸੀਹੀ ਬਣ ਗਿਆ ਸੀ, ਪਰ ਮੈਨੂੰ ਇਸ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਸੀ ਅਤੇ ਫਿਰ ਮੈਂ ਦੁਬਾਰਾ ਨਿੱਕੀ ਨੂੰ ਇੱਕ ਪਾਰਟੀ 'ਚ ਮਿਲੀ। ਮੈਂ ਉਹਦੇ ਬਾਰੇ ਬਹੁਤ ਉਤਸ਼ਾਹਿਤ ਸਾਂ ਜੋ ਮੈਂ ਆਪਣੇ ਵਿਸ਼ਵਾਸ ਵਿੱਚ ਜਾਣਿਆ ਸੀ, ਪਰ ਮੇਰਾ ਜਾ ਕੇ ਲੋਕਾਂ ਨੂੰ ਉਹ ਦੱਸਣ ਦਾ ਤਰੀਕਾ ਸੰਵੇਦਨਾਹੀਨ ਸੀ। ਮੈਂ ਚਾਹੁੰਦਾ ਸਾਂ ਸਾਰੇ ਇਹ ਗੱਲ ਜਾਣ ਲੈਣ। ਮੈਂ ਸੋਚਿਆ ਮੈਂ ਡਾਂਸ ਫਲੋਰ ਤੇ ਪਹਿਲੇ ਬੰਦੇ ਕੋਲ ਜਾਵਾਂਗਾ। ਮੈਂ ਹਾਲ ਚਾਲ ਪੁੱਛਣ ਵਿੱਚ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਪਿਪਾ ਕੋਲ ਗਿਆ ਅਤੇ ਮੈਂ ਉਸਨੂੰ ਕਿਹਾ ਕਿ ਮੈਂ ਬੜੀ ਪਰੇਸ਼ਾਨ ਲੱਗਦੀ ਹਾਂ ਤੇ ਮੈਨੂੰ ਯਿਸੂ ਦੀ ਲੋੜ ਸੀ। ਤਾਂ ਮੈਨੂੰ ਲੱਗਿਆ ਕਿ ਇਹ ਪਾਗਲ ਹੋ ਗਿਆ ਹੈ। ਤੁਸੀਂ ਸੋਚ ਸਕਦੇ ਹੋ ਕਿ ਇਹਦੇ ਕਰਕੇ ਇਹਨਾਂ ਨੂੰ ਬਹੁਤ ਚਿਰ ਤੱਕ ਦਿਲਚਸਪੀ ਨਹੀਂ ਹੋਈ। ਜਦ ਇਹ ਅੰਤ ਵਿੱਚ ਮਸੀਹੀ ਬਣੀ ਤਾਂ ਇਹ ਕਿਸੇ ਹੋਰ ਬੰਦੇ ਦੇ ਦੁਆਰਾ ਬਣੀ। ਸਾਡੇ ਵਿੱਚ ਕੋਈ ਪਿਆਰ ਵਰਗੀ ਗੱਲ ਨਹੀਂ ਸੀ। ਮੈਂ ਇਹਦਾ ਮਿੱਤਰ ਅਤੇ ਸਲਾਹ ਦੇਣ ਵਾਲਾ ਸਾਂ। ਮੈਂ ਇਹਨੂੰ ਇਹਦੇ ਪੁਰਖ ਮਿੱਤਰਾਂ ਬਾਰੇ ਸਲਾਹ ਦਿੰਦਾ ਸਾਂ। ਨਿੱਕੀ ਦੇ ਨਾਲ ਰਹਿਣਾ ਬੜਾ ਹੀ ਸੁਰੱਖਿਅਤ ਲੱਗਦਾ ਸੀ ਅਤੇ ਇਹ ਇੱਕ ਬੜਾ ਹੀ ਸਿਆਣਾ ਦੋਸਤ ਸੀ। ਇਹਦੇ ਖਿਆਲਾਤ ਬੜੇ ਕਮਾਲ ਦੇ ਸੀਗੇ। ਅਸੀਂ ਕਰੀਬ ਆ ਗਏ। ਪਰ ਮੇਰੇ ਲਈ ਮਈ ਦੀ ਪਾਰਟੀ 'ਚ ਬਦਲਾਅ ਹੋਇਆ। ਯੂਨੀਵਰਸਿਟੀ 'ਚ ਸਭਾ ਸਮਾਪਤ ਹੋਣ ਤੇ ਇੱਕ ਬਹੁਤ ਵੱਡੀ ਪਾਰਟੀ ਹੋਣੀ ਸੀ ਅਤੇ ਕਿਸੇ ਹੋਰ ਨੇ ਪਿਪਾ ਨੂੰ ਉਸ ਪਾਰਟੀ ਵਿੱਚ ਸੱਦਿਆ ਸੀ। ਅਸੀਂ ਆਪਸ 'ਚ ਗੱਲਾਂ ਕਰਨ ਲੱਗੇ ਅਤੇ ਉਸ ਤੋਂ ਬਾਅਦ ਅਸੀਂ ਸਵੇਰੇ 6 ਵਜੇ ਟੈਨਿਸ ਖੇਲਣ ਲੱਗ ਪਏ ਅਤੇ ਉਸ ਪਿੱਛੋਂ ਨਦੀ 'ਚ ਬੇੜੀ ਚਲਾਉਣ ਲੱਗ ਪਏ। ਉਹਦੇ ਬਾਅਦ ਅਸੀਂ ਹੱਥ ਫੜ ਲਏ। ਮੈਂ ਸੋਚਿਆ ਕਿ ਉਹ ਪਿਆਰ ਹੈ। ਮੈਂ ਨਿਰਣੇ ਲਿਆ ਕਿ ਮੈਂ ਇਹਦੇ ਨਾਲ ਮੇਲ ਮਿਲਾਪ ਰੱਖਾਂਗਾ। ਮੈਂ ਜਾਣ ਗਿਆ ਕਿ ਕੁਝ ਬਦਲ ਗਿਆ ਹੈ। ਇੱਕ ਨਵਾਂ ਜੀਵਨ ਆਰੰਭ ਹੋ ਗਿਆ। ਮਸੀਹੀ ਬਣਨਾ ਇੱਕ ਉਤਸ਼ਾਹ ਅਤੇ ਦਲੇਰੀ ਦਾ ਕੰਮ ਹੈ। ਸੰਤ ਪੌਲਸ ਲਿਖਦੇ ਹਨ, ਮਸੀਹੀ ਬਣਨ ਨਾਲ ਬੰਦੇ ਨਵੇਂ ਮਨੁੱਖ ਬਣਦੇ ਹਨ। ਉਹ ਪਹਿਲਾਂ ਵਰਗੇ ਨਹੀਂ ਰਹਿੰਦੇ ਕਿਉਂਕਿ ਪੁਰਾਣਾ ਜੀਵਨ ਬੀਤ ਗਿਆ ਹੁੰਦਾ ਹੈ। ਇੱਕ ਨਵਾਂ ਜੀਵਨ ਸ਼ੁਰੂ ਹੋ ਗਿਆ ਹੁੰਦਾ ਹੈ। ਕਿਸੇ ਨੂੰ ਕੀ ਮਸੀਹੀ ਬਣਾਉਂਦਾ ਹੈ? ਕੁਝ ਲੋਕ ਕਹਿੰਦੇ ਹਨ, ਵੇਖੋ ਮੈਨੂੰ ਪਰਮੇਸ਼ਵਰ ਤੇ ਵਿਸ਼ਵਾਸ ਹੈ ਜਾਂ ਮੈਂ ਵੱਡੇ ਹੁੰਦਿਆਂ ਕਦੇ ਕਦਾਈ ਗਿਰਜ ਜਾਂਦਾ ਸੀ, ਪਰ ਇਹ ਤੁਹਾਨੂੰ ਮਸੀਹੀ ਨਹੀਂ ਬਣਾਉਂਦਾ। ਦੁਨੀਆ 'ਚ ਬਹੁਤ ਲੋਕ ਹਨ ਜੋ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ, ਪਰ ਉਹ ਆਪਣੇ ਨੂੰ ਮਸੀਹੀ ਨਹੀਂ ਕਹਿੰਦੇ। ਕੁਝ ਲੋਕ ਸ਼ਾਇਦ ਕਹਿਣਗੇ ਕਿ ਉਹ ਸੱਚਮੁੱਚ ਮਸੀਹੀ ਹਨ ਕਿਉਂਕਿ ਉਹ ਚੰਗੇ ਹਨ। ਬਹੁਤ ਸਾਰੇ ਨਾਸਤਿਕ ਬੰਦੇ ਵੀ ਚੰਗੇ ਹੁੰਦੇ ਹਨ, ਪਰ ਉਹ ਨਹੀਂ ਚਾਹੁੰਦੇ ਹਨ ਕਿ ਅਸੀਂ ਉਹਨਾਂ ਨੂੰ ਮਸੀਹੀ ਸਮਝੀਏ ਕਿਉਂਕਿ ਉਹ ਨਹੀਂ ਹੁੰਦੇ। ਕੁਝ ਕਹਿੰਦੇ ਹਨ, ਮੈਂ ਮਸੀਹੀ ਹਾਂ ਕਿਉਂਕਿ ਮੈਂ ਇੱਕ ਮਸੀਹੀ ਦੇਸ਼ ਵਿੱਚ ਜੰਮਿਆ ਹਾਂ, ਪਰ ਮਸੀਹੀ ਦੇਸ਼ ਜੰਮਣਾ ਤੁਹਾਨੂੰ ਮਸੀਹੀ ਨਹੀਂ ਬਣਾਉਂਦਾ। ਇੱਕ ਮਸੀਹੀ ਅਸਲ 'ਚ ਉਹ ਹੁੰਦਾ ਹੈ ਜੋ ਯੀਸੂ ਮਸੀਹ ਦਾ ਚੇਲਾ ਹੁੰਦਾ ਹੈ। ਅਜਿਹਾ ਚੇਲਾ ਜਿਹਦਾ ਯੀਸੂ ਦੁਆਰਾ ਪਰਮੇਸ਼ਰ ਨਾਲ ਸੰਬੰਧ ਹੁੰਦਾ ਹੈ। ਵਿਸ਼ਵਾਸ ਮੇਰੇ ਲਈ ਕੀ ਹੈ? ਵਿਸ਼ਵਾਸ ਮੈਨੂੰ ਲੱਗਦਾ ਹੈ ਸ਼ਾਂਤੀ ਤੇ ਆਤਮ ਵਿਸ਼ਵਾਸ ਦਾ ਮੇਲ ਹੈ। ਹਾਂ, ਵਿਸ਼ਵਾਸ माफ करना मैं नहीं जानता। ये काफी चंगा सवाल है। भरोसा कुछ मदद होगा? मैं CNE एंजेलिकन हाँ, इसलिए मैं क्रिसमस और ईस्टर च चर्च जाना। बिना देखे भरोसा करना। मैनू ये भी पता है कि थोड़े नाल गल करन दे बाद ये रोटी खाण नाल गल करेगा। ਮੈਨੂੰ ਨਹੀਂ ਲੱਗਦਾ ਕਿ ਵਿਸ਼ਵਾਸ ਦਾ ਸੰਬੰਧ ਧਰਮ ਨਾਲ ਹੈ। ਪਤਾ ਨਹੀਂ ਮੈਂ ਵਿਸ਼ਵਾਸ ਨੂੰ ਕਿਵੇਂ ਸਮਝਾਵਾਂ। ਇਹ ਹੈ ਕਿਸੇ ਐਸੇ ਚੀਜ਼ 'ਤੇ ਵਿਸ਼ਵਾਸ ਕਰਨਾ ਜੋ ਤੁਸੀਂ ਵੇਖਿਆ ਹੀ ਨਹੀਂ, ਜੋ ਤੁਹਾਨੂੰ ਆਪਣੇ ਆਪ ਮਹਿਸੂਸ ਹੁੰਦਾ ਹੈ।
ਹਰੇਕ ਦੀ ਵਿਸ਼ਵਾਸ ਦੀ ਯਾਤਰਾ ਵੱਖ ਹੁੰਦੀ ਹੈ। ਕੁਝ ਲੋਕਾਂ ਨੂੰ ਉਹ ਥਾਂ ਤੇ ਸਮਾਂ ਯਾਦ ਹੁੰਦਾ ਹੈ ਜਦੋਂ ਉਹ ਮਸੀਹੀ ਬਣੇ ਸਨ। ਕੁਝ ਹੋਰ ਲੋਕ ਕਹਿਣਗੇ ਕਿ ਸੱਚ ਇਹ ਹੈ ਕਿ ਮੈਨੂੰ ਉਹ ਸਮਾਂ ਯਾਦ ਨਹੀਂ ਜਦ ਮੈਂ ਮਸੀਹੀ ਨਹੀਂ ਸਾਂ। ਕੁਝ ਹੋਰ ਕਹਿਣਗੇ ਕਿਸੇ ਸਮੇਂ ਮੈਂ ਇੱਕ ਮਸੀਹੀ ਨਹੀਂ ਸਾਂ ਅਤੇ ਮੈਂ ਜਾਣਦਾ ਕਿ ਹੁਣ ਮੈਂ ਮਸੀਹੀ ਹਾਂ, ਪਰ ਮੈਂ ਤੁਹਾਨੂੰ ਪੱਕਾ ਦੱਸ ਨਹੀਂ ਸਕਦਾ ਕਿ ਕਦੋਂ ਹੋਇਆ। ਇਹ ਬਹੁਤ ਹੌਲੀ-ਹੌਲੀ ਹੋਇਆ ਸੀ। ਇਹ ਜ਼ਰੂਰੀ ਹੈ ਕਿ ਤੁਸੀਂ ਜਾਣੋ ਕਿ ਤੁਹਾਨੂੰ ਮੰਜ਼ਿਲ ਮਿਲ ਗਈ, ਕਿ ਤੁਸੀਂ ਜਾਣਦੇ ਹੋ ਕਿ ਹੁਣ ਤੁਸੀਂ ਇੱਕ ਮਸੀਹੀ ਹੋ ਅਤੇ ਤੁਸੀਂ ਇਹ ਜਾਣ ਸਕਦੇ ਹੋ। ਵਿਸ਼ਵਾਸ ਹੋਣ ਦਾ, ਮਸੀਹੀ ਹੋਣ ਦਾ ਕੀ ਮਤਲਬ ਹੁੰਦਾ ਹੈ? ਯੂਹੰਨਾ ਦੀ ਇੰਜੀਲ 'ਚ ਏਦਾਂ ਲਿਖਿਆ ਹੈ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ। ਸੰਤ ਯੂਹੰਨਾ ਇੱਥੇ ਕਹਿ ਰਹੇ ਨੇ ਕਿ ਇਹ ਪ੍ਰੇਮ ਦਾ ਉਹਨਾਂ ਨਜ਼ਦੀਕੀ ਸੰਬੰਧ ਹੈ ਜਿੰਨਾ ਸੰਭਵ ਹੁੰਦਾ ਹੈ। ਇਹ ਇੱਕ ਬੱਚੇ ਅਤੇ ਮਾਪਿਆਂ ਵਾਂਗ ਹੈ। ਹੋਰ ਥਾਵਾਂ ਤੇ ਇੱਕ ਪ੍ਰੇਮੀ, ਇੱਕ ਮਿੱਤਰ ਹੋਣ ਦੀ ਗੱਲ ਆਖੀ ਹੈ। ਨਵੇਂ ਨਿਯਮਾਂ 'ਚ ਕਈ ਵਾਰ ਇੱਕ ਪਤੀ ਅਤੇ ਪਤਨੀ ਦਾ ਉਦਾਹਰਣ ਦਿੱਤਾ ਹੈ। ਉਹ ਇੰਨਾ ਨਜ਼ਦੀਕੀ ਅਤੇ ਗਹਿਰਾ ਸੰਬੰਧ ਹੈ, ਅਤੇ ਜੇ ਤੁਸੀਂ ਵਿਆਹੇ ਹੁੰਦੇ ਹੋ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਵਿਆਹੇ ਹੋ, ਅਤੇ ਜੇ ਤੁਸੀਂ ਇੱਕ ਮਸੀਹੀ ਹੋ ਤੁਹਾਨੂੰ ਪਤਾ ਹੋ ਸਕਦਾ ਹੈ ਕਿ ਤੁਸੀਂ ਇੱਕ ਮਸੀਹੀ ਹੋ। ਪਰਮੇਸ਼ਵਰ ਚਾਹੁੰਦੇ ਨੇ ਕਿ ਤੁਸੀਂ ਇਹ ਪੱਕਾ ਜਾਣੋ। ਸੰਤ ਯੂਹੰਨਾ ਕਹਿੰਦੇ ਨੇ, ਮੈਂ ਤੁਹਾਨੂੰ ਅਰਥਾਤ ਉਹਨਾਂ ਨੂੰ ਇਹ ਗੱਲ ਲਿਖਦਾ ਹਾਂ ਜੋ ਪਰਮੇਸ਼ਵਰ ਦੇ ਪੁੱਤਰ ਤੇ ਵਿਸ਼ਵਾਸ ਕਰਦੇ ਨੇ, ਤਾਂ ਜੋ ਤੁਸੀਂ ਜਾਣੋ ਕਿ ਤੁਹਾਨੂੰ ਸਦੀਪਕ ਜੀਵਨ ਪ੍ਰਾਪਤ ਹੈ। ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਇੱਕ ਮਸੀਹੀ ਹੋ। ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਇੱਕ ਸੰਬੰਧ ਹੈ ਅਤੇ ਕਿ ਤੁਹਾਡਾ ਸਦੀਪਕ ਜੀਵਨ ਹੋ ਸਕਦਾ ਹੈ। ਸੋ ਇਸ ਵਿਸ਼ਵਾਸ ਦਾ, ਇਸ ਆਤਮ ਵਿਸ਼ਵਾਸ ਦਾ ਆਧਾਰ ਕੀ ਹੈ? ਉਹ ਸਬੂਤਾਂ ਤੇ ਆਧਾਰਿਤ ਵਿਸ਼ਵਾਸ ਦਾ ਕਦਮ ਹੈ। ਉਹ ਭਾਵਨਾਵਾਂ ਤੇ ਨਹੀਂ, ਸੱਚ ਤੇ ਆਧਾਰਿਤ ਹੈ। ਜੇ ਤੁਸੀਂ ਮੈਥੋਂ ਪੁੱਛੋਗੇ ਕਿ ਮੇਰੇ ਪਿਤਾ ਨਾਲ ਵਿਆਹ ਹੋਣ ਦਾ ਕੀ ਸਬੂਤ ਹੈ, ਮੈਂ ਤੁਹਾਨੂੰ ਆਪਣੇ ਵਿਆਹ ਦਾ ਸਰਟੀਫਿਕੇਟ ਦਿਖਾ ਸਕਦਾ। ਮੇਰੇ ਉਹਦੇ ਲਈ ਅਪਾਰ ਪਿਆਰ ਤੋਂ ਇਲਾਵਾ ਉਹ ਸਾਬਿਤ ਕਰਦਾ ਹੈ ਕਿ ਪਿਤਾ ਤੇ ਮੈਂ ਵਿਆਹੀ ਹਾਂ। ਜੇ ਤੁਸੀਂ ਮੈਨੂੰ ਇਹ ਪੁੱਛੋਗੇ ਕਿ ਮੈਂ ਕਿਵੇਂ ਜਾਣਦਾ ਕਿ ਮੈਂ ਮਸੀਹੀ ਹਾਂ, ਮੈਂ ਇੱਕ ਦਸਤਾਵੇਜ਼ ਵੱਲ ਇਸ਼ਾਰਾ ਕਰਾਂਗਾ, ਬਾਈਬਲ ਵੱਲ, ਜੋ ਪਰਮੇਸ਼ਵਰ ਦਾ ਵਚਨ ਹੈ। ਪਰਮੇਸ਼ਵਰ ਦੇ ਬਾਰੇ ਸਾਡਾ ਗਿਆਨ ਉਹਨਾਂ ਦੇ ਵਾਅਦਿਆਂ ਤੇ ਆਧਾਰਿਤ ਹੈ। ਰੋਮੀਆਂ ਨੂੰ 10:17 'ਚ ਪੌਲਸ ਲਿਖਦੇ ਨੇ, ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਤੁਸੀਂ ਪਹਿਲਾਂ ਹੀ ਹੌਲੀ-ਹੌਲੀ ਅਲਫਾ ਤੇ ਇਹ ਅਨੁਭਵ ਕੀਤਾ ਹੋਵੇਗਾ, ਜਿਵੇਂ ਤੁਸੀਂ ਆਪਣੇ ਦਲਾਂ 'ਚ ਗੱਲਾਂ ਅਤੇ ਚਰਚਾ ਸੁਣੀ ਹੋਏਗੀ। ਮੈਨੂੰ ਉਹ ਅਨੁਭਵ ਹੋਇਆ ਜਿਵੇਂ ਮੈਂ ਬਾਈਬਲ ਪੜ੍ਹੀ, ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਸੱਚ ਸੀ। ਮੈਨੂੰ ਸੁਣ ਕੇ ਵਿਸ਼ਵਾਸ ਹੋਇਆ, ਤੇ ਸੁਣਨਾ ਬਾਈਬਲ ਨੂੰ ਪੜ੍ਹਨ ਦੇ ਦੁਆਰਾ ਆਉਂਦਾ ਹੈ। ਬਾਈਬਲ ਉਹ ਜ਼ਰੀਆ ਹੈ ਜਿਹਦੇ ਦੁਆਰਾ ਅਸੀਂ ਪਰਮੇਸ਼ਵਰ ਨਾਲ ਗੱਲ ਕਰਦੇ ਹਾਂ। ਅਸੀਂ ਬਾਅਦ ਵਿੱਚ ਇਸ ਬਾਰੇ ਵਿਸਤਾਰ 'ਚ ਪੜ੍ਹਾਂਗੇ, ਪਰ ਤੁਸੀਂ ਪਰਮੇਸ਼ਵਰ ਦਾ ਵਚਨ ਪੜ੍ਹ ਕੇ ਉਹਦੇ ਤੇ ਅਮਲ ਕਰਨਾ ਆਰੰਭ ਕਰ ਸਕਦੇ ਹੋ। ਉਦਾਹਰਣ ਲਈ, ਪ੍ਰਕਾਸ਼ ਦੀ ਪੋਥੀ 3:20 ਵਿੱਚ ਯਿਸੂ ਇੱਕ 'ਚ ਵਾਅਦਾ ਕਰਦੇ ਹਨ, ਵੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ੍ਹ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਆ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ। ਹੋਲਮਨ ਹੰਟ ਨੇ, ਜੋ 19ਵੀਂ ਸਦੀ ਦੇ ਪੇਂਟਰ ਸਨ, ਇਸ ਵਚਨ ਨੂੰ ਇੱਕ ਪੇਂਟਿੰਗ ਰਾਹੀਂ ਸਮਝਾਇਆ ਹੈ। ਉਹਦਾ ਨਾਮ ਹੈ ਦ ਲਾਈਟ ਆਫ ਦ ਵਰਲਡ, ਤੇ ਉਹ ਇੱਥੇ ਸੇਂਟ ਪੌਲਸ ਕੈਥੀਡਰਲ ਵਿੱਚ ਟੰਗੀ ਹੋਈ ਹੈ। ਯਿਸੂ ਜੋ ਦੁਨੀਆ ਦਾ ਚਾਨਣ ਹਨ, ਇੱਕ ਬੂਹੇ ਤੇ ਖਲੋਤੇ ਹਨ ਜਿਹਦੇ ਤੇ ਜੰਗਲੀ ਬੂਟੇ ਅਤੇ ਬੇਲਾਂ ਉੱਗੀਆਂ ਹੋਈਆਂ ਹਨ। ਬੂਹਾ ਕਿਸੇ ਮਨੁੱਖ ਦੇ ਜੀਵਨ ਦੇ ਬੂਹੇ ਦਾ ਪ੍ਰਤੀਕ ਹੈ। ਇਸ ਮਨੁੱਖ ਨੇ ਕਦੇ ਵੀ ਯਿਸੂ ਨੂੰ ਆਪਣੇ ਜੀਵਨ 'ਚ ਆਉਣ ਨੂੰ ਨਹੀਂ ਕਿਹਾ। ਯਿਸੂ ਬੂਹੇ ਤੇ ਖਲੋ ਕੇ ਖੜਕਾ ਰਹੇ ਹਨ। ਉਹ ਖੁੱਲ੍ਹਣ ਲਈ ਉਡੀਕ ਰਹੇ ਹਨ। ਉਹ ਚਾਹੁੰਦੇ ਨੇ ਕਿ ਉਹ ਅੰਦਰ ਆ ਕੇ ਉਸ ਬੰਦੇ ਦੇ ਜੀਵਨ ਦਾ ਹਿੱਸਾ ਬਣਨ ਅਤੇ ਉਹਦੇ ਨਾਲ ਰੋਟੀ ਖਾਣ। ਇਕੱਠੇ ਖਾਣਾ ਮਿੱਤਰਤਾ ਦੀ ਨਿਸ਼ਾਨੀ ਹੈ, ਅਤੇ ਯਿਸੂ ਹਰ ਉਸ ਬੰਦੇ ਨਾਲ ਮਿੱਤਰਤਾ ਕਰਨਾ ਚਾਹੁੰਦੇ ਹਨ ਜੋ ਉਹਨਾਂ ਲਈ ਆਪਣੇ ਜੀਵਨ ਦਾ ਬੂਹਾ ਖੋਲ੍ਹਦਾ ਹੈ। ਕਿਸੇ ਨੇ ਹੋਲਮਨ ਹੰਟ ਨੂੰ ਇਹ ਕਿਹਾ ਕਿ ਉਹਨਾਂ ਤੋਂ ਇੱਕ ਗਲਤੀ ਹੋਈ ਹੈ। ਉਹਨਾਂ ਨੇ ਕਿਹਾ, ਵੇਖੋ ਤੁਸੀਂ ਬੂਹੇ ਤੇ ਹੈਂਡਲ ਪੇਂਟ ਕਰਨਾ ਭੁੱਲ ਗਏ ਹੋ। ਉਹਨਾਂ ਨੇ ਕਿਹਾ, ਨਹੀਂ, ਮੈਂ ਜਾਣਦਿਆਂ ਕੀਤਾ ਹੈ, ਇੱਕ ਹੈਂਡਲ ਹੈ ਪਰ ਅੰਦਰਲੇ ਪਾਸੇ ਹੈ। ਦੂਜੇ ਸ਼ਬਦਾਂ 'ਚ ਸਾਨੂੰ ਬੂਹਾ ਖੋਲ੍ਹਣਾ ਪੈਂਦਾ ਯਿਸੂ ਨੂੰ ਆਪਣੇ ਜੀਵਨ 'ਚ ਆਉਣ ਦੇਣ ਲਈ। ਯਿਸੂ ਜ਼ਬਰਦਸਤੀ ਤੁਹਾਡੇ ਜੀਵਨਾਂ 'ਚ ਨਹੀਂ ਵੜਦੇ। ਉਹ ਤੁਹਾਨੂੰ ਇਹ ਚੁਣਨ ਦੀ ਆਜ਼ਾਦੀ ਦਿੰਦੇ ਨੇ ਕਿ ਉਹਨਾਂ ਨੂੰ ਆਪਣੇ ਜੀਵਨ 'ਚ ਸੱਦਣਾ ਹੈ ਜਾਂ ਨਹੀਂ ਸੱਦਣਾ। ਪਰ ਉਹ ਵਾਅਦਾ ਕਰਦੇ ਨੇ, ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲੇ, ਮੈਂ ਅੰਦਰ ਜ਼ਰੂਰ ਆਵਾਂਗਾ। ਇਹ ਨਹੀਂ ਕਿ ਸ਼ਾਇਦ ਆਵਾਂਗਾ ਜਾਂ ਇਸ ਬਾਰੇ ਮੈਂ ਸੋਚਾਂਗਾ। ਤੁਸੀਂ ਨਿਸ਼ਚਿੰਤ ਹੋ ਸਕਦੇ ਹੋ ਕਿ ਜੇ ਤੁਸੀਂ ਸੱਦੋਗੇ ਤਾਂ ਯਿਸੂ ਜ਼ਰੂਰ ਆਉਣਗੇ। ਉਹ ਬੇਸ਼ੱਕ ਅੰਦਰ ਆਉਣਗੇ ਅਤੇ ਉਹ ਹਮੇਸ਼ਾ ਤੁਹਾਡੇ ਨਾਲ ਹੋਣਗੇ, ਹੁਣ ਅਤੇ ਸਦੀਪਕ ਲਈ। ਇਹ ਉਹਨਾਂ ਦਾ ਵਾਅਦਾ ਹੈ, ਉਹਨਾਂ ਦਾ ਵਚਨ ਹੈ। ਮੈਂ ਕਿਵੇਂ ਜਾਣਦਾ ਕਿ ਮੈਂ ਵਿਆਹਿਆ? ਮੇਰੇ ਕੋਲ ਵਿਆਹ ਦਾ ਇੱਕ ਸਰਟੀਫਿਕੇਟ ਹੈ, ਪਰ ਮੈਂ ਤੁਹਾਨੂੰ ਇੱਕ ਘਟਨਾ ਦੱਸ ਸਕਦਾ ਜੋ 7 ਜਨਵਰੀ 1978 ਦੇ ਦਿਨ ਹੋਈ ਸੀ। ਉਹ ਸਾਡੇ ਵਿਆਹ ਦਾ ਇੱਕ ਦਿਨ ਹੈ। ਮੈਂ ਇਤਿਹਾਸ 'ਚ ਇੱਕ ਹੋਰ ਘਟਨਾ ਵੀ ਦੱਸ ਸਕਦਾ, ਯਿਸੂ ਦਾ ਮਰਨਾ ਅਤੇ ਫਿਰ ਜਿੰਦਾ ਹੋਣਾ। ਮੈਂ ਸੱਚ
ਸੱਚਮੁੱਚ ਇਹ ਸਮਝਣ ਲਈ ਸੰਘਰਸ਼ ਕਰਦਾ ਸਾਂ ਕਿ ਪ੍ਰਭੂ ਯੀਸ਼ੂ ਦੀ ਮੌਤ ਨੇ ਮੇਰੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੋਵੇਗਾ। ਕਿਸੇ ਨੇ ਮੈਨੂੰ ਇਹ ਇੱਦਾਂ ਸਮਝਾਇਆ ਸੀ, ਪੁਰਾਣੇ ਨਿਯਮਾਂ 'ਚੋਂ ਯਸਾਇਆ 53:6 ਦਾ ਵਚਨ ਵਾਪਰ ਕੇ, ਜਿਹਦੇ ਅਨੁਸਾਰ ਅਸੀਂ ਸਾਰੇ ਭੇਡਾਂ ਵਾਂਗ ਹਾਂ ਜੋ ਭਟਕ ਗਈਆਂ ਹਨ। ਉਸ ਬੰਦੇ ਨੇ ਮੈਨੂੰ ਇੱਦਾਂ ਸਮਝਾਇਆ, ਇਸ ਹੱਥ ਨੂੰ ਆਪਣਾ ਅਤੇ ਮੇਰਾ ਪ੍ਰਤੀਕ ਸਮਝੋ ਅਤੇ ਇਸ ਕਿਤਾਬ ਨੂੰ ਉਹਨਾਂ ਸਭ ਕੰਮਾਂ ਦਾ ਪ੍ਰਤੀਕ ਸਮਝੋ ਜੋ ਕਿ ਅਸੀਂ ਗਲਤ ਕੀਤੇ ਹਨ। ਅਸੀਂ ਸਾਰੇ ਭੇਡਾਂ ਵਾਂਗ ਹਾਂ ਜੋ ਭਟਕ ਗਈਆਂ ਹਨ। ਅਸੀਂ ਸਾਰੇ ਆਪਣੇ ਰਾਹ ਤੁਰ ਗਏ ਹਾਂ। ਸਾਡੇ ਗਲਤ ਕੰਮ ਸਾਨੂੰ ਪਰਮੇਸ਼ਵਰ ਤੋਂ ਅੱਡ ਕਰਦੇ ਨੇ। ਉਹ ਸਾਡੇ ਅਤੇ ਪਰਮੇਸ਼ਵਰ ਦੇ ਵਿੱਚ ਇੱਕ ਦੂਰੀ ਬਣਾਉਂਦੇ ਨੇ। ਦੂਜੇ ਪਾਸੇ ਪ੍ਰਭੂ ਯਿਸੂ ਮਸੀਹ ਨੇ, ਜਿਨ੍ਹਾਂ ਕਦੇ ਕੁਝ ਗਲਤ ਨਹੀਂ ਕੀਤਾ, ਉਹਨਾਂ ਨੇ ਇੱਕ ਪਵਿੱਤਰ ਜੀਵਨ ਗੁਜ਼ਾਰਿਆ ਸੀ। ਉਹਨਾਂ 'ਚ ਅਤੇ ਸੁਰਗ ਵਿੱਚ ਉਹਨਾਂ ਦੇ ਪਿਤਾ 'ਚ ਹਮੇਸ਼ਾ ਇੱਕ ਸੰਪੂਰਨ ਸੰਬੰਧ ਸੀ। ਉਹ ਇੱਕੋ ਮਨੁੱਖ ਹਨ ਜਿਨ੍ਹਾਂ ਨੇ 100% ਪਵਿੱਤਰ ਜੀਵਨ ਗੁਜ਼ਾਰਿਆ ਸੀ। ਉਸ ਵਚਨ ਦਾ ਅਰਥ ਹੈ, ਅਸੀਂ ਸਾਰੇ ਭੇਡਾਂ ਵਾਂਗ ਭਟਕ ਗਏ ਹਾਂ। ਅਸੀਂ ਸਾਰੇ ਆਪਣੇ ਰਾਹ ਮੁੜ ਗਏ ਹਾਂ। ਅੱਗੇ ਵਚਨ ਕਹਿੰਦਾ ਹੈ, ਅਤੇ ਯਹੋਵਾ ਨੇ ਅਰਥਾਤ ਪਰਮੇਸ਼ਵਰ ਨੇ ਸਾਡੀ ਸਾਰਿਆਂ ਦੀ ਬਦੀ ਉਸ ਤੇ ਲੱਦੀ, ਅਰਥਾਤ ਸਲੀਬ ਤੇ, ਯਿਸੂ ਮਸੀਹ ਤੇ, ਸਲੀਬ ਤੇ ਯਿਸੂ ਇਹ ਕਰ ਰਹੇ ਹਨ ਕਿ ਉਹਨਾਂ ਨੇ ਸਾਡਾ ਪਾਪ ਆਪਣੇ ਆਪ ਤੇ ਲੈ ਲਿਆ। ਮੇਰੀ ਅਤੇ ਤੁਹਾਡੀ ਥਾਂ ਤੇ ਉਹਨਾਂ ਨੇ ਆਪਣੇ ਆਪ ਤੇ ਇਹ ਲੈ ਲਿਆ। ਪਰ ਤੁਸੀਂ ਜਾਣਦੇ ਹੋ ਐਦਾਂ ਸਾਡੇ ਤੇ ਕੀ ਪ੍ਰਭਾਵ ਹੁੰਦਾ ਹੈ? ਅਸੀਂ ਪਰਮੇਸ਼ਵਰ ਨਾਲ ਸੰਬੰਧ ਬਣਾਉਣ ਲਈ ਆਜ਼ਾਦ ਹੋ ਜਾਂਦੇ ਹਾਂ। ਆਜ਼ਾਦ। ਕੁਝ ਲੋਕ ਕਹਿੰਦੇ ਹਨ, ਮੈਂ ਨਹੀਂ ਸੋਚਦਾ ਕਿ ਮੈਂ ਮਸੀਹੀ ਬਣ ਸਕਦਾ ਕਿਉਂਕਿ ਮੈਂ ਚੰਗਾ ਨਹੀਂ ਹਾਂ। ਮੈਨੂੰ ਪਹਿਲਾਂ ਬਹੁਤ ਚੀਜ਼ਾਂ ਨਾਲ ਨਬੇੜਾ ਕਰਨਾ ਹੈ। ਪਰ ਉਹ ਉੱਦਾਂ ਕੰਮ ਨਹੀਂ ਕਰਦੀ। ਤੁਸੀਂ ਉੱਦਾਂ ਆਂਦੇ ਹੋ ਜਿਵੇਂ ਤੁਸੀਂ ਹੋ। ਉਹਦੇ ਨਾਲ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਕਰਦੇ ਹੋ ਜਾਂ ਤੁਹਾਡੀ ਕੀ ਉਪਲਬਧੀ ਹੈ। ਉਹ ਅਹਿਮ ਹੈ ਜੋ ਯਿਸੂ ਨੇ ਤੁਹਾਡੇ ਲਈ ਸਲੀਬ ਤੇ ਕੀਤਾ ਸੀ। ਤੁਸੀਂ ਪੂਰਨ ਮਾਫੀ ਪ੍ਰਾਪਤ ਕਰ ਸਕਦੇ ਹੋ ਅਤੇ ਤੁਹਾਨੂੰ ਉਹ ਭੇਂਟ ਵਾਂਗ ਮਿਲਦੀ ਹੈ। ਸੰਤ ਪੌਲਸ ਲਿਖਦੇ ਹਨ, ਕਿਉਂਕਿ ਪਾਪ ਦੀ ਕਮਾਈ ਮੌਤ ਹੈ, ਪਰ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਪਕ ਜੀਵਨ ਪਰਮੇਸ਼ਰ ਦੀ ਮੁਫਤ ਭੇਟ ਹੈ। ਮੈਨੂੰ ਕਈ ਵਾਰ ਸ਼ੰਕਾ ਹੁੰਦੀ ਹੈ ਜਦ ਮੈਂ ਕਿਸੇ ਮੁਫਤ ਦਾਤ ਬਾਰੇ ਸੁਣਦਾ ਹਾਂ। ਮੈਂ ਹਮੇਸ਼ਾ ਸੋਚਦਾ ਕਿ ਦਾਲ ਵਿੱਚ ਕੁਝ ਕਾਲਾ ਹੈ, ਪਰ ਸੱਚ ਜਾਣੋ ਅਨੰਤ ਜੀਵਨ ਹੋਰ ਮੁਫਤ ਭੇਟਾਂ ਤੋਂ ਅੱਡ ਹੈ। ਸੱਚ ਜਾਣੋ ਉਹ ਸਾਡੇ ਲਈ ਮੁਫਤ ਹੈ ਤੇ ਉਹਦੇ ਵਿੱਚ ਕੋਈ ਗੜਬੜ ਨਹੀਂ ਹੈ, ਪਰ ਇੱਕ ਮੁੱਲ ਹੈ ਅਤੇ ਉਹ ਹੈ ਯਿਸੂ ਦਾ ਜੀਵਨ। ਤੇ ਅਸੀਂ ਪਛਤਾਵੇ ਤੇ ਵਿਸ਼ਵਾਸ ਰਾਹੀਂ ਉਹ ਦਾਤ ਪ੍ਰਾਪਤ ਕਰਦੇ ਹਾਂ। ਪਛਤਾਵਾ ਹੈ ਆਪਣੇ ਮਨ ਨੂੰ ਬਦਲਣਾ ਅਤੇ ਆਪਣੇ ਜੀਵਨ ਦੀਆਂ ਬੁਰੀਆਂ ਗੱਲਾਂ ਤੋਂ ਮੂੰਹ ਮੋੜ ਲੈਣਾ, ਤੇ ਵਿਸ਼ਵਾਸ ਹੈ ਯਿਸੂ ਦੇ ਉੱਤੇ ਪੂਰੀ ਤਰ੍ਹਾਂ ਭਰੋਸਾ ਕਰਨਾ। ਮੈਨੂੰ ਅਜੇ ਆ ਘਰ 'ਚ ਵੱਡੇ ਹੋਣਾ ਯਾਦ ਹੈ ਜਿੱਥੇ ਮੈਂ ਰਸੋਈ ਦੀ ਮੇਜ਼ ਤੇ ਕੁੱਡਾ ਸਾਂ ਅਤੇ ਮੈਨੂੰ ਇੱਕ ਚਿੱਟਾ ਪਾਊਡਰ ਦਿਖਦਾ ਸੀ। ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਉਹ ਕੀ ਸੀ। ਮੈਨੂੰ ਗੋਲੀਆਂ ਦੀ ਆਵਾਜ਼ ਸੁਣਨਾ ਅਤੇ ਅਜੇ ਮੁਹੱਲੇ 'ਚ ਵੱਡੇ ਹੋਣਾ ਯਾਦ ਹੈ ਜੋ ਮੇਰੇ ਲਈ ਆਮ ਬਣ ਗਿਆ। ਜਦ ਮੈਂ ਇੱਕ ਨਿੱਕਾ ਬੱਚਾ ਸਾਂ, ਮੇਰੀ ਪਰਵਰਿਸ਼ ਇੱਕ ਡਰਗ ਸੰਘ 'ਚ ਹੋਈ ਅਤੇ ਮੇਰੇ ਪਰਿਵਾਰ ਦਾ ਮਾਫੀਆ ਨਾਲ ਸੰਬੰਧ ਸੀ। ਮੈਂ ਆਪਣੇ ਆਲੇ ਦੁਆਲੇ ਡਰੱਗਸ ਵੇਖਦਾ ਰਹਾ। ਫਿਰ ਮੈਂ ਆਪਣੀ ਹੋਣ ਵਾਲੀ ਪਤਨੀ ਗਵਾਈ। ਉਹਦੇ ਬਾਅਦ ਮੈਂ ਜੇਲ੍ਹ 'ਚ ਪਹੁੰਚ ਗਿਆ। ਮੇਰੇ ਲਈ ਉਹ ਬਾਤ ਬੁਰਾ ਸੀ। ਮੇਰੇ ਸਾਹਮਣੇ ਕੋਈ ਰਾਹ ਨਹੀਂ ਸੀ। ਮੈਂ ਨਹੀਂ ਜਾਣਦਾ ਸਾਂ ਉੱਥੋਂ ਕਿਵੇਂ ਨਿਕਲਾਂ ਅਤੇ ਮੈਂ ਕੇਵਲ ਯਿਸੂ ਵੱਲ ਮੁੜ ਸਕਦਾ ਸਾਂ ਅਤੇ ਮੈਂ ਅਜੇ ਹਾਲ 'ਚ ਸਾਂ, ਪਰ ਮੈਂ ਜਾਣਦਾ ਸਾਂ ਕਿ ਪਰਮੇਸ਼ਵਰ ਮੈਨੂੰ ਵਿਸਤਾਰ ਸਕਦੇ ਸਨ। ਸੋ ਮੈਂ ਜੇਲ੍ਹ ਵਿੱਚ ਬਦਲਣਾ ਆਰੰਭ ਕਰ ਦਿੱਤਾ। ਜਿਸ ਘੜੀ ਮੈਂ ਯਿਸੂ ਨੂੰ ਸਵੀਕਾਰ ਕੀਤਾ, ਐਦਾਂ ਨਹੀਂ ਕਿ ਮੈਂ ਆਪਣੀ ਪਛਾਣ ਬਦਲ ਦਿੱਤਾ ਸੀ, ਸਗੋਂ ਮੈਂ ਆਪ ਨੂੰ ਸਵੀਕਾਰ ਕੀਤਾ ਅਤੇ ਉਹ ਬਣਿਆ ਜੋ ਉਹ ਮੈਥੋਂ ਚਾਹੁੰਦੇ ਸਨ। ਮੈਨੂੰ ਇੱਕ ਮਕਸਦ ਮਿਲਿਆ, ਇੱਕ ਅਰਥ ਮਿਲਿਆ, ਇੱਕ ਆਸਾ ਮਿਲੀ। ਉਹ ਸੱਚਾਈ ਬਣ ਗਈ। ਹੁਣ ਮੇਰੀ ਇੱਕ ਸੋਹਣੀ ਵੋਟੀ ਹੈ, ਮੇਰਾ ਇੱਕ ਪੁੱਤਰ ਹੈ ਅਤੇ ਮੈਨੂੰ ਵਿਸ਼ਵਾਸ, ਆਸਾ ਅਤੇ ਪ੍ਰੇਮ ਹੈ। ਇੱਕ ਸਮਾਜ ਦਾ ਹਿੱਸਾ ਬਣਨੇ ਦਾ ਮੌਕਾ ਮਿਲਾ ਹੈ। ਵੇਖਿਆ ਜਾਏ ਤਾਂ ਅਸੀਂ ਰੋਜ਼ ਆਪਣੇ ਵਿਸ਼ਵਾਸ ਨੂੰ ਵਾਪਰਦੇ ਹਾਂ। ਜੇ ਤੁਸੀਂ ਇੱਕ ਕੁਰਸੀ ਤੇ ਬੈਠੇ ਹੋ ਤਾਂ ਤੁਸੀਂ ਇਸ ਵੇਲੇ ਵਿਸ਼ਵਾਸ ਕਰ ਰਹੇ ਹੋ। ਤੁਸੀਂ ਨਹੀਂ ਜਾਣਦੇ ਹੋ ਕੁਰਸੀ ਕਿਵੇਂ ਬਣਾਈ ਗਈ ਸੀ ਜਾਂ ਕਿਹਨੇ ਬਣਾਈ ਸੀ, ਪਰ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਬੈਠਣ ਤੇ ਉਹ ਨਹੀਂ ਟੁੱਟੇਗੀ। ਹਾਂਜੀ, ਤੇ ਤੁਸੀਂ ਪੱਕਾ ਸਾਬਤ ਨਹੀਂ ਕਰ ਸਕਦੇ ਕਿ ਪਰਮੇਸ਼ਰ ਨਹੀਂ ਹਨ ਜਾਂ ਉਹ ਹਨ। ਉਹਨਾਂ ਦੇ ਹੋਣ ਅਤੇ ਨਾ ਹੋਣ ਤੇ ਭਰੋਸਾ ਕਰਨ ਲਈ ਵੀ ਬਹੁਤ ਵਿਸ਼ਵਾਸ ਦੀ ਲੋੜ ਹੁੰਦੀ ਹੈ। ਮਸੀਹੀ ਹੋਣ ਦਾ ਮਤਲਬ ਹੈ ਯਿਸੂ ਤੇ ਵਿਸ਼ਵਾਸ ਕਰਨਾ, ਇੱਕ ਮਨੁੱਖ ਤੇ ਵਿਸ਼ਵਾਸ ਕਰਨਾ। ਮੇਰੇ ਕੋਲ ਕਾਗਜ਼ਾਤ ਹਨ, ਮੇਰੇ ਵਿਆਹ ਦਾ ਸਰਟੀਫਿਕੇਟ, ਮੇਰੇ ਵਿਆਹ ਦਾ ਦਿਨ ਇਤਿਹਾਸ ਦੀ ਘਟਨਾ ਹੈ। ਪਰ ਉਹਦੇ ਇਲਾਵਾ ਮੇਰੇ ਵਿਆਹ ਹੋਣ ਦਾ ਇੱਕ ਹੋਰ ਸਬੂਤ ਹੈ ਜੋ ਮੈਂ ਵਿਖਾ ਸਕਦਾ ਹਾਂ। ਉਹ ਹੈ ਪਿਪਾ ਨਾਲ ਪਿਛਲੇ
40 ਸਾਲਾਂ ਤੋਂ ਵਿਆਹੇ ਹੋਣ ਦਾ ਅਨੁਭਵ। ਜੇ ਤੁਸੀਂ ਅੱਜ ਪੁੱਛੋਗੇ ਕਿ ਮੈਂ ਕਿਵੇਂ ਜਾਣਦਾ ਕਿ ਮੈਂ ਮਸੀਹੀ ਹਾਂ, ਮੈਂ ਤੁਹਾਨੂੰ ਕਈ ਦਹਾਕਿਆਂ ਦਾ ਅਨੁਭਵ ਦਿਖਾ ਸਕਦਾ ਹਾਂ ਤੇ ਉਹ ਪਵਿੱਤਰ ਆਤਮਾ ਤੋਂ ਮਿਲਦਾ ਹੈ। ਆਤਮਾ ਯੇਸੂ ਦਾ ਆਤਮਾ ਹੈ ਜੋ ਤੁਹਾਡੇ 'ਚ ਰਹਿਣ ਆਉਂਦੇ ਹਨ। ਪਵਿੱਤਰ ਆਤਮਾ ਯੇਸੂ ਉਹਦੇ ਪਵਨ ਵਾਂਗ ਹੋਣ ਦੀ ਗੱਲ ਕਰਦੇ ਹਨ। ਤੁਸੀਂ ਪਵਨ ਨੂੰ ਵੇਖ ਨਹੀਂ ਸਕਦੇ, ਪਰ ਤੁਹਾਨੂੰ ਇਹ ਪਤਾ ਹੁੰਦਾ ਹੈ ਕਿ ਉਹ ਹੈ, ਕਿਉਂਕਿ ਤੁਸੀਂ ਉਹਦਾ ਪ੍ਰਭਾਵ ਅਤੇ ਸ਼ਕਤੀ ਨੂੰ ਵੇਖਦੇ ਹੋ। ਸਾਡੇ 'ਚੋਂ ਜ਼ਿਆਦਾਤਰ ਕੁਦਰਤੀ ਤੌਰ ਤੇ ਬਦਲਾਅ ਤੋਂ ਡਰਦੇ ਹਾਂ। ਤੁਸੀਂ ਸ਼ਾਇਦ ਸੋਚਦੇ ਹੋਵੋ ਜੇ ਮੈਂ ਮਸੀਹੀ ਬਣ ਜਾਵਾਂ ਤਾਂ ਉਹਦਾ ਮੇਰੇ ਜੀਵਨ ਲਈ ਕੀ ਅਰਥ ਹੋਵੇਗਾ। ਪਰ ਅਸੀਂ ਜਿਹੜੀ ਤਬਦੀਲੀ ਦੀ ਗੱਲ ਕਰ ਰਹੇ ਹਾਂ ਉਹ ਚੰਗੀ ਹੈ। ਸੰਤ ਪੌਲਸ ਕਹਿੰਦੇ ਹਨ, ਪਰ ਆਤਮਾ ਦੇ ਫਲ ਹਨ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਇਆ, ਭਲਾਈ, ਵਫਾਦਾਰੀ, ਸੱਜਣਤਾ ਅਤੇ ਆਤਮ ਸੰਜਮ। ਮਸੀਹੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਹੋਰ ਤੋਂ ਬਿਹਤਰ ਹੋ, ਸਗੋਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਪਹਿਲਾਂ ਤੋਂ ਬਿਹਤਰ ਹੋ। ਮੈਂ ਵੇਖਿਆ ਕਿ ਜਦ ਪਵਿੱਤਰ ਆਤਮਾ ਮੇਰੇ ਜੀਵਨ 'ਚ ਰਹਿਣ ਆਏ, ਇਹਨੇ ਮੈਨੂੰ ਬਦਲਣਾ ਆਰੰਭ ਕਰ ਦਿੱਤਾ। ਉਹਨੇ ਮੇਰਾ ਪਰਮੇਸ਼ਵਰ ਅਤੇ ਯੇਸੂ ਨਾਲ ਸੰਬੰਧ ਬਦਲ ਦਿੱਤਾ। ਮੈਂ ਇੱਕ ਕਲੱਬ ਦਾ ਮੈਂਬਰ ਹਾਂ ਜਿੱਥੇ ਮੈਂ ਜ਼ਿਆਦਾਤਰ ਸਕੁਐਸ਼ ਖੇਡਦਾ ਹਾਂ, ਪਰ ਉਹ ਇੱਕ ਜਿਮ ਵੀ ਹੈ ਅਤੇ ਇਹਨਾਂ ਸਾਲਾਂ ਵਿੱਚ ਮੇਰੀ ਉੱਥੇ ਲੋਕਾਂ ਨਾਲ ਪਛਾਣ ਵੀ ਹੋ ਗਈ ਹੈ। ਜ਼ਿਆਦਾਤਰ ਉਹ ਟੈਕਸੀ ਡਰਾਈਵਰ ਨੇ, ਉਹ ਪਲੰਬਰ ਨੇ, ਉਹ ਬਿਲਡਰ ਨੇ। ਇੱਕ ਪੁਰਖ ਡਾਂਸਰ ਵੀ ਹੈ ਜੋ ਮੇਰਾ ਚੰਗਾ ਮਿੱਤਰ ਬਣ ਗਿਆ ਹੈ ਅਤੇ ਅਸੀਂ ਇੱਕ ਦੂਜੇ ਨੂੰ ਨਿੱਕੇ ਨਾਮ ਨਾਲ ਹੀ ਸੱਦਦੇ ਹਾਂ। ਮੈਨੂੰ ਸਾਰੇ ਉੱਥੇ ਨਿੱਕ ਕਹਿੰਦੇ ਨੇ। ਕੁਝ ਚਿਰ ਪਹਿਲਾਂ ਮੈਂ ਉੱਥੇ ਇੱਕ ਬੰਦੇ ਨਾਲ ਗੱਲ ਕਰ ਰਿਹਾ ਸਾਂ ਤਾਂ ਉਹਨੇ ਮੈਨੂੰ ਪੁੱਛਿਆ, ਤੁਹਾਡੇ ਗਿਰਜੇ 'ਚ ਐਤਵਾਰ ਨੂੰ ਕਿੰਨੇ ਲੋਕ ਆਉਂਦੇ ਨੇ? ਮੈਂ ਕਿਹਾ ਇਹੋ ਕੋਈ 5000 ਲੋਕ। ਉਹਨੇ ਕਿਹਾ ਯੇਸੂ। ਮੈਂ ਕਿਹਾ ਹਾਂ, ਉਹ ਇਸੇ ਲਈ ਆਉਂਦੇ ਨੇ, ਉਹ ਯੇਸੂ ਲਈ ਆਉਂਦੇ ਨੇ। ਮਸੀਹੀ ਬਣਨ ਤੋਂ ਪਹਿਲਾਂ ਉਹਦੀ ਤਰ੍ਹਾਂ ਮੇਰੇ ਲਈ ਵੀ ਯੇਸੂ ਸ਼ਬਦ ਇੱਕ ਗਾਲ, ਬੁਰੇ ਸ਼ਬਦ ਵਾਂਗ ਸੀ, ਪਰ ਜਿਵੇਂ ਹੀ ਮੈਂ ਮਸੀਹੀ ਬਣਿਆ ਯੇਸੂ ਸ਼ਬਦ ਇੱਕ ਮਿੱਤਰ ਬਣ ਗਿਆ। ਮੇਰਾ ਹੋਰ ਮਸੀਹ ਨਾਲ ਸੰਬੰਧ ਵੀ ਬਿਲਕੁਲ ਬਦਲ ਗਿਆ। ਮਸੀਹੀ ਬਣਨ ਤੋਂ ਪਹਿਲਾਂ ਮੈਂ ਸੋਚਦਾ ਸਾਂ ਕਿ ਮਸੀਹੀ ਬਹੁਤ ਅਜੀਬ ਸਨ। ਮੈਨੂੰ ਯਾਦ ਹੈ ਮੈਂ ਜਿਸ ਯੂਨੀਵਰਸਿਟੀ ਵਿੱਚ ਸਾਂ ਉੱਥੇ ਦਲੀਏ ਵਾਲੀਆਂ ਦਾਵਤਾਂ ਹੁੰਦੀਆਂ ਸਨ। ਦੱਸੋ ਕੌਣ ਕਿਸੇ ਦਾਵਤ 'ਚ ਜਾ ਕੇ ਬੈਠ ਕੇ ਦਲੀਆ ਖਾਂਦਾ? ਪਰ ਫਿਰ ਮੈਂ ਮਸੀਹੀ ਬਣਿਆ ਅਤੇ ਮੈਂ ਦਲੀਆ ਵਾਲੀ ਪਾਰਟੀ 'ਚ ਗਿਆ। ਉੱਥੇ ਦੇ ਲੋਕ ਮੇਰੇ ਮਿੱਤਰ ਬਣ ਗਏ ਅਤੇ ਅੱਜ ਕਈ ਦਹਾਕਿਆਂ ਬਾਅਦ ਵੀ ਕੁਝ ਮੇਰੇ ਚੰਗੇ ਮਿੱਤਰ ਹਨ। ਮੇਰੇ ਲੋਕਾਂ ਨਾਲ ਸੰਬੰਧਾਂ 'ਚ ਬਦਲਾਅ ਆਇਆ ਹੈ। ਮੈਂ ਲੋਕਾਂ ਲਈ ਨਵਾਂ ਪ੍ਰੇਮ ਅਨੁਭਵ ਕੀਤਾ, ਉਹਨਾਂ ਲਈ ਜਿਨ੍ਹਾਂ ਨੂੰ ਕਦੇ ਨਹੀਂ ਸੀ ਮਿਲਿਆ। ਗਰੀਬਾਂ ਲਈ, ਕੈਦੀਆਂ ਲਈ, ਮੈਂ ਹੋਰ ਲੋਕਾਂ ਲਈ ਪ੍ਰੇਮ ਅਨੁਭਵ ਕੀਤਾ। ਮੇਰੇ ਜੀਵਨ ਵਿੱਚ ਕਈ ਬਦਲਾਅ ਆਏ ਜੋ ਕਿ ਹੁਣ ਵੇਖੇ ਵੀ ਜਾ ਸਕਦੇ ਸਨ, ਉਹ ਜ਼ਾਹਿਰ ਸਨ, ਪਰ ਉਹਨਾਂ ਦੇ ਨਾਲ ਪਵਿੱਤਰ ਆਤਮਾ ਦਾ ਵੀ ਅੰਦਰੂਨੀ ਅਨੁਭਵ ਸ਼ਾਮਿਲ ਸੀ। ਸੰਤ ਪੌਲਸ ਕਹਿੰਦੇ ਨੇ, ਪਵਿੱਤਰ ਆਤਮਾ ਆਪ ਸਾਡੀ ਆਤਮਾ ਨੂੰ ਸਾਖੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ। ਸਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਨ? 30। ਕੋਸ਼ਿਸ਼ ਕਰੋ ਪਿਕਸ ਵੇਖੀਏ, ਤੁਹਾਨੂੰ ਪਤਾ ਜਾਂ ਨਹੀਂ। ਚੰਗੀ ਪ੍ਰੀਖਿਆ ਹੈ। ਹੈਨਰੀ ਕਿੰਨੇ ਸਾਲਾਂ ਦਾ ਹੈ? ਸ਼ਾਇਦ 37 ਦਾ ਹੈ। ਹਾਂ 37 ਸਹੀ ਹੈ ਨਾ। 37 ਸਾਲ ਜਦ ਸਾਡਾ ਪਹਿਲਾ ਬੱਚਾ ਹੋਇਆ ਸੀ। ਬੜੇ ਮੁਸ਼ਕਿਲ ਨਾਲ ਸਾਡਾ ਵੱਡਾ ਬੇਟਾ ਹੋਇਆ ਸੀ ਹੈਨਰੀ। ਜਦੋਂ ਆਇਆ ਅਸੀਂ ਬੜੇ ਖੁਸ਼ ਸੀ। ਜਦੋਂ ਜੰਮਿਆ ਮੈਂ ਇੰਨੀ ਖੁਸ਼ ਸੀ ਕਿ ਮੈਂ ਦੱਸ ਨਹੀਂ ਸਕਦੀ। ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ, ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਜਿੱਦਾਂ ਜਦ ਤੁਹਾਡਾ ਬੱਚਾ ਰਾਤ ਨੂੰ ਰੋਂਦਾ ਹੈ, ਭਾਵੇਂ ਤੁਸੀਂ ਕਿੰਨੇ ਵੀ ਥੱਕੇ ਹੋਏ ਹੋ, ਤੁਸੀਂ ਤਦ ਹੀ ਬਿਸਤਰੇ 'ਚੋਂ ਬਾਹਰ ਨਿਕਲਦੇ ਹੋ, ਉਹਨਾਂ ਦੇ ਕੋਲ ਜਾਂਦੇ ਹੋ, ਆਪਣੇ ਕੁੱਛੜ ਚੁੱਕਦੇ ਹੋ, ਪਿਆਰ ਕਰਦੇ ਹੋ। ਤੇ ਮੈਨੂੰ ਲੱਗਦਾ ਪਰਮੇਸ਼ਰ ਉਸੇ ਤਰ੍ਹਾਂ ਦਾ ਸਾਨੂੰ ਵੀ ਪ੍ਰੇਮ ਕਰਦੇ ਹਨ। ਉਸ ਤੋਂ ਵੀ ਜ਼ਿਆਦਾ ਉਹਨਾਂ ਦਾ ਪ੍ਰੇਮ ਵਾਕਈ ਬੜਾ ਹੀ ਅਨਮੋਲ ਹੈ। ਸਾਡਾ ਪ੍ਰੇਮ ਕਮਜ਼ੋਰ ਤੇ ਖੁਦਗਰਜ਼ ਹੁੰਦਾ ਹੈ, ਪਰ ਉਹਨਾਂ ਦਾ ਪ੍ਰੇਮ ਬਹੁਤ ਹੀ ਗੂੜਾ ਹੁੰਦਾ ਹੈ ਤੇ ਇਨਸਾਨਾਂ ਤੋਂ ਜ਼ਿਆਦਾ ਹੁੰਦਾ ਹੈ। ਵੈਸੇ ਬੜੀ ਹੈਰਾਨੀ ਦੀ ਗੱਲ ਹੈ ਕਿ ਬਾਈਬਲ ਵਿੱਚ ਮਾਪਿਆਂ ਅਤੇ ਬੱਚਿਆਂ ਦਾ ਉਦਾਹਰਣ ਦਿੱਤਾ ਹੈ ਕਿ ਉਹ ਸਾਨੂੰ ਉਹਦੇ ਤੋਂ ਵੱਧ ਪਿਆਰ ਕਰਦੇ ਨੇ ਜਿੰਨਾ ਕੋਈ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ। ਮੇਰਾ ਖਿਆਲ ਹੈ ਬਹੁਤ ਸ਼ਕਤੀਸ਼ਾਲੀ ਹੈ ਕਿ ਪਰਮੇਸ਼ਵਰ ਸਾਨੂੰ ਉਹਦੇ ਤੋਂ ਵੀ ਵੱਧ ਪਿਆਰ ਕਰਦੇ ਹਨ ਅਤੇ ਤੁਸੀਂ ਇਹ ਮਿੱਤਰਤਾ ਵਿੱਚ ਵੇਖ ਸਕਦੇ ਹੋ। ਸਾਡੇ ਮਿੱਤਰ ਹੁੰਦੇ ਹਨ ਅਤੇ ਅਸੀਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਕਿਉਂਕਿ ਉਹ ਇੱਕ ਹੋਰ ਉਦਾਹਰਣ ਹੈ ਜੋ ਨਵੇਂ ਨੇਮਾਂ ਵਿੱਚ ਦਿੱਤਾ ਹੋਇਆ। ਯਿਸੂ ਕਹਿੰਦੇ ਨੇ, ਮੈਂ ਤੁਹਾਨੂੰ ਮਿੱਤਰ ਸੱਦਿਆ। ਪਰਮੇਸ਼ਵਰ ਤੁਹਾਨੂੰ ਪ੍ਰੇਮ ਕਰਦੇ ਨੇ। ਯਿਸੂ ਤੁਹਾਡੇ ਉਹਦੇ ਤੋਂ ਨਜ਼ਦੀਕੀ ਮਿੱਤਰ ਬਣਨਾ ਚਾਹੁੰਦੇ ਨੇ ਜਿੰਨੇ ਤੁਹਾਡੇ ਕੋਈ ਮਿੱਤਰ ਹਨ। ਇਹ ਇਹਦੀ ਤਸਵੀਰ ਹੈ ਕਿ ਪਰਮੇਸ਼ਵਰ ਤੁਹਾਨੂੰ ਕਿੰਨਾ ਪ੍ਰੇਮ ਕਰਦੇ ਨੇ ਅਤੇ ਜੇ ਤੁਹਾਡੇ ਸਾਹਮਣੇ ਵਿਆਹ ਦਾ ਚੰਗਾ ਨਮੂਨਾ ਹੋਵੇ ਤਾਂ ਉਹ ਤੁਹਾਨੂੰ ਪਰਮੇਸ਼ਵਰ ਦੇ ਤੁਹਾਡੇ ਪ੍ਰੇਮ ਦੀ ਡੂੰਘੀ ਜਾਣਕਾਰੀ ਦਿੰਦਾ ਹੈ। ਜੇ ਤੁਹਾਡੇ ਸਾਹਮਣੇ ਮਾਪਿਆਂ ਤੇ ਬੱਚਿਆਂ ਦਾ ਚੰਗਾ ਨਮੂਨਾ ਹੋਵੇ
ਜਾਂ ਤੇ ਆਪਣੇ ਮਾਪਿਆਂ ਤੋਂ ਜਾਂ ਆਪਣੇ ਬੱਚਿਆਂ ਲਈ ਆਪਣੇ ਪਿਆਰ ਦਾ, ਜਾਂ ਫਿਰ ਉਹ ਕਿਸੇ ਹੋਰ ਨੂੰ ਵੇਖਣਾ ਵੀ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪ ਉਹ ਅਨੁਭਵ ਕਰੋ, ਪਰ ਤੁਸੀਂ ਇੱਕ ਬਹੁਤ ਸਮਰਪਿਤ ਵਿਆਹ 'ਚ ਵੇਖ ਸਕਦੇ ਹੋ। ਤੁਸੀਂ ਵੇਖਦੇ ਹੋ ਕਿ ਉਹ ਸੱਚਮੁੱਚ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਅਤੇ ਪਰਮੇਸ਼ਵਰ ਮੈਨੂੰ ਉਹਦੇ ਤੋਂ ਵੱਧ ਪਿਆਰ ਕਰਦੇ ਹਨ ਜਿੰਨਾ ਉਹ ਇੱਕ ਦੂਜੇ ਨੂੰ ਕਰਦੇ ਨੇ। ਸੰਤ ਪੌਲਸ ਕਹਿੰਦੇ ਨੇ ਆਤਮਾ ਆਪ ਸਾਡੀ ਆਤਮਾ ਨੂੰ ਸਾਖੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਔਲਾਦ ਹਾਂ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਕਿ ਤੁਸੀਂ ਉਹਦੇ ਤੋਂ ਵੱਧ ਪਿਆਰੇ ਹੋ ਜਿੰਨਾ ਕੋਈ ਮਾਪੇ ਆਪਣੇ ਬੱਚਿਆਂ ਨੂੰ ਪ੍ਰੇਮ ਕਰਦੇ ਨੇ। ਅਤੇ ਉਹ ਚਾਹੁੰਦੇ ਨੇ ਕਿ ਤੁਸੀਂ ਇਹ ਦਿਲ ਦੀ ਡੂੰਘਾਈ 'ਚ ਜਾਣੋ, ਤੁਹਾਡੀ ਆਤਮਾ ਨੂੰ ਸਾਖੀ ਦੇਣਾ ਚਾਹੁੰਦੇ ਨੇ ਕਿ ਤੁਸੀਂ ਪਰਮੇਸ਼ਵਰ ਦੀ ਔਲਾਦ ਹੋ, ਉਹਨਾਂ ਨੂੰ ਪਿਆਰੇ ਹੋ। ਪਵਿੱਤਰ ਆਤਮਾ ਹਰੇਕ ਨੂੰ ਦਿਲ ਵਿੱਚ ਇਹ ਅਨੁਭਵ ਕਰਵਾਉਂਦੇ ਨੇ। ਸਾਡੇ ਹੁਣ 4 ਪੋਤਰੇ ਪੋਤਰੀਆਂ ਹਨ। ਮੈਨੂੰ ਆਪਣੇ ਪੋਤਰੇ ਦੀ ਇੱਕ ਗੱਲ ਦੱਸਣ ਲਈ ਮਾਫ ਕਰਨਾ, ਕਿਸੇ ਨੇ ਇੱਕ ਵਾਰ ਵਿੰਸਟਨ ਚਰਚਿਲ ਨੂੰ ਇਹ ਪੁੱਛਿਆ ਸੀ ਕਿ ਮੈਂ ਤੁਹਾਨੂੰ ਆਪਣੇ ਪੋਤੇ ਪੋਤਰੀਆਂ ਬਾਰੇ ਦੱਸਿਆ? ਉਹਨੇ ਕਿਹਾ ਨਹੀਂ, ਤੁਸੀਂ ਨਹੀਂ ਦੱਸਿਆ ਤੇ ਮੈਂ ਉਹਦੇ ਲਈ ਬਹੁਤ ਧੰਨਵਾਦੀ ਹਾਂ। ਇਸ ਲਈ ਮੈਨੂੰ ਆਪਣੇ ਸਭ ਤੋਂ ਵੱਡੇ ਪੋਤਰੇ ਐਲਬੀ ਦੀ ਗੱਲ ਦੱਸਣ ਲਈ ਮਾਫ ਕਰਨਾ। ਮੈਨੂੰ ਯਾਦ ਹੈ ਜਦੋਂ ਉਹ 2 ਸਾਲ ਦਾ ਸੀ, ਬੇਸ਼ੱਕ ਜੌਨੀ ਅਤੇ ਟਾਰਾ ਬੱਚਿਆਂ ਨੂੰ ਪਿਆਰ ਕਰਦੇ ਹਨ, ਉਹਨਾਂ ਨੂੰ ਐਲਬੀ ਪਿਆਰਾ ਹੈ, ਐਲਬੀ ਆਪਣੇ ਮਾਪਿਆਂ ਨੂੰ ਪਿਆਰ ਕਰਦਾ ਹੈ, ਪਰ ਉਹ ਕਈ ਵਾਰ ਸੱਚਮੁੱਚ ਨਜ਼ਦੀਕੀ ਅਨੁਭਵ ਕਰਨਾ ਚਾਹੁੰਦਾ ਹੈ। ਉਹ ਕਈ ਵਾਰ ਆਪਣੇ ਹੱਥ ਏਦਾਂ ਉੱਪਰ ਕਰ ਲੈਂਦਾ ਅਤੇ ਕਹਿੰਦਾ ਹੈ ਜੱਫੀ ਪਾਓ ਡੈਡੀ, ਜੱਫੀ ਪਾਓ ਡੈਡੀ। ਜੌਨੀ ਉਹਨੂੰ ਚੁੱਕ ਲੈਂਦਾ ਅਤੇ ਗਲ ਲਾਉਂਦਾ ਅਤੇ ਤਦ ਉਹਨੂੰ ਨਜ਼ਦੀਕੀ ਸੁਰੱਖਿਆ, ਪਿਆਰ ਕੀਤੇ ਜਾਣ ਅਤੇ ਜੱਫੀ ਦਾ ਅਨੁਭਵ ਹੁੰਦਾ ਹੈ, ਨਿੱਘ ਦਾ ਅਨੁਭਵ। ਪਵਿੱਤਰ ਆਤਮਾ ਸਾਡੇ ਨਾਲ ਇਹੋ ਕਰਦੇ ਹਨ। ਕਈ ਵਾਰ ਅਸੀਂ ਉਹਨਾਂ ਦਾ ਸਾਡੀ ਆਤਮਾ ਨੂੰ ਸਾਖੀ ਦੇਣਾ ਅਨੁਭਵ ਕਰਦੇ ਹਾਂ। ਅਸੀਂ ਅਨੁਭਵ ਕਰਦੇ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਜੱਫੀ ਪਾਈ ਹੈ, ਸਾਨੂੰ ਪਿਆਰ ਕਰਦੇ ਹਨ ਅਤੇ ਸਾਨੂੰ ਫੜਿਆ ਹੋਇਆ ਹੈ। ਇਹ ਇੱਕ ਅਜਿਹਾ ਅਨੁਭਵ ਹੈ ਪਰਮੇਸ਼ਵਰ ਦੇ ਪ੍ਰੇਮ ਦਾ ਨਿੱਜੀ ਅਨੁਭਵ। ਪਰਮੇਸ਼ਵਰ ਚਾਹੁੰਦੇ ਨੇ ਕਿ ਤੁਸੀਂ ਜਾਣੋ ਕਿ ਤੁਸੀਂ ਉਹਨਾਂ ਦੀ ਔਲਾਦ ਹੋ, ਤੁਸੀਂ ਉਹਨਾਂ ਨੂੰ ਪਿਆਰੇ ਹੋ, ਕਿ ਤੁਹਾਡਾ ਉਹਨਾਂ ਨਾਲ ਇੱਕ ਸੰਬੰਧ ਹੈ। ਜੇ ਤੁਹਾਨੂੰ ਤਸੱਲੀ ਨਹੀਂ ਕਿ ਤੁਹਾਡਾ ਉਹ ਸੰਬੰਧ ਹੈ, ਮੈਂ ਇਹ ਚਾਹੁੰਦਾ ਹਾਂ ਕਿ ਮੇਰੇ ਨਾਲ ਇੱਕ ਸਾਦੀ ਜਿਹੀ ਪ੍ਰਾਰਥਨਾ ਕਰੋ ਜੋ ਤੁਸੀਂ ਆਪਣੇ ਦਿਲ 'ਚ ਦੁਹਰਾ ਸਕਦੇ ਹੋ। ਕੁਝ ਲੋਕ ਸ਼ਾਇਦ ਕਹਿਣ ਮੈਂ ਉਹ ਕਰਨ ਲਈ ਤਿਆਰ ਨਹੀਂ ਹਾਂ, ਇਹ ਕੋਰਸ ਆਰੰਭ ਕਰਨ ਲਈ ਪਰ ਜੇ ਤੁਸੀਂ ਚਾਹੋ ਤਾਂ ਇਸ ਸਾਦੀ ਪ੍ਰਾਰਥਨਾ ਨੂੰ ਆਪਣੇ ਦਿਲ 'ਚ ਦੁਹਰਾ ਸਕਦੇ ਹੋ। ਇਹ ਪ੍ਰਾਰਥਨਾ ਹੈ ਮਾਫੀ ਮੰਗਣ ਤੇ ਆਪਣੇ ਜੀਵਨ ਦੀਆਂ ਬੁਰੀਆਂ ਗੱਲਾਂ ਤੋਂ ਮੁੜਨ ਦੀ, ਯਿਸੂ ਦਾ ਸਲੀਬ ਤੇ ਸਾਡੇ ਲਈ ਮਰਨ ਲਈ ਧੰਨਵਾਦ ਕਰਨ ਅਤੇ ਉਹਨਾਂ ਨੂੰ ਸੱਦਣ ਦੀ, ਆਪਣੇ ਦਿਲ ਦਾ ਬੂਹਾ ਖੋਲ ਕੇ ਅੰਦਰ ਆਉਣ ਲਈ ਕਹਿਣ ਦੀ। ਸੋ ਜੇ ਤੁਸੀਂ ਚਾਹੋ ਤਾਂ ਤੁਹਾਨੂੰ 1 ਮਿੰਟ ਕੱਢਣਾ ਪਏਗਾ ਤੇ ਅਸੀਂ ਇੱਕ ਪ੍ਰਾਰਥਨਾ ਕਰਾਂਗੇ ਜੋ ਤੁਸੀਂ ਆਪਣੇ ਦਿਲ 'ਚ ਦੁਹਰਾ ਸਕਦੇ ਹੋ। ਆਓ ਪ੍ਰਾਰਥਨਾ ਕਰੀਏ। ਇਹ ਹੈ ਪ੍ਰਾਰਥਨਾ। ਯਿਸੂ ਦੀ ਉੱਦਾਂ ਕਲਪਨਾ ਕਰੋ ਜਿਵੇਂ ਉਹ ਹਨ। ਉਹ ਇਸ ਵੇਲੇ ਇੱਥੇ ਹਨ ਅਤੇ ਤੁਹਾਡੇ ਦਿਲ ਦੇ ਬੂਹੇ ਤੇ ਖਲੋ ਕੇ ਖੜਕਾ ਰਹੇ ਨੇ। ਜੇ ਤੁਸੀਂ ਉਹਨਾਂ ਨੂੰ ਅੰਦਰ ਸੱਦਣਾ ਚਾਹੁੰਦੇ ਹੋ, ਤੁਸੀਂ ਇਹ ਪ੍ਰਾਰਥਨਾ ਕਰ ਸਕਦੇ ਹੋ। ਇੰਨਾ ਕਹੋ, ਪ੍ਰਭੂ ਯਿਸੂ, ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਪ੍ਰੇਮ ਕਰਦੇ ਹੋ। ਮੈਂ ਹੁਣ ਆਪਣੇ ਜੀਵਨ ਦੀ ਹਰ ਬੁਰੀ ਚੀਜ਼ ਤੋਂ ਮੁੜਦਾ ਹਾਂ ਅਤੇ ਜੇ ਤੁਹਾਨੂੰ ਕੋਈ ਗੱਲ ਯਾਦ ਆਏ ਜਿਹਦੇ ਲਈ ਤੁਹਾਨੂੰ ਮਾਫੀ ਮੰਗਣੀ ਹੈ ਤਾਂ ਹੁਣੇ ਮੰਗ ਸਕਦੇ ਹੋ। ਉਹਦੇ ਬਾਅਦ ਕਹੋ, ਧੰਨਵਾਦ ਯਿਸੂ ਕਿ ਤੁਸੀਂ ਮੇਰੇ ਲਈ ਮਰੇ ਤਾਂ ਜੋ ਮੈਨੂੰ ਮਾਫੀ ਮਿਲ ਸਕੇ ਅਤੇ ਮੈਂ ਆਜ਼ਾਦ ਹੋ ਸਕਾਂ। ਮੈਂ ਹੁਣ ਤੁਹਾਡੀ ਮਾਫੀ ਸਵੀਕਾਰ ਕਰਦਾ ਹਾਂ। ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ ਅਤੇ ਮੇਰੀ ਇਹ ਬੇਨਤੀ ਹੈ ਕਿ ਆਪਣੇ ਪਵਿੱਤਰ ਆਤਮਾ ਦੁਆਰਾ ਮੇਰੇ ਦਿਲ ਵਿੱਚ ਤੁਸੀਂ ਆਓ, ਹਮੇਸ਼ਾ ਮੇਰੇ ਨਾਲ ਹੋਣ ਲਈ ਧੰਨਵਾਦ ਪ੍ਰਭੂ ਯਿਸੂ। ਆਮੀਨ।